ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਨਵੇਂ ਵਿਸ਼ਿਆਂ ਦੇ ਨਾਲ, ਨਵੇਂ ਪ੍ਰੇਰਣਾਦਾਇਕ ਉਦਾਹਰਣਾਂ ਦੇ ਨਾਲ, ਨਵੇਂ ਸੰਦੇਸ਼ਾਂ ਨੂੰ ਸਮੇਟਦੇ ਹੋਏ ਇੱਕ ਵਾਰ ਫੇਰ ਮੈਂ ਤੁਹਾਡੇ ਨਾਲ ਮਨ ਕੀ ਬਾਤ ਕਰਨ ਆਇਆ ਹਾਂ। ਜਾਣਦੇ ਹੋ, ਇਸ ਵਾਰ ਮੈਨੂੰ ਸਭ ਤੋਂ ਵੱਧ ਚਿੱਠੀਆਂ ਅਤੇ ਸੰਦੇਸ਼ ਕਿਸ ਵਿਸ਼ੇ ਨੂੰ ਲੈ ਕੇ ਮਿਲੇ ਨੇ? ਇਹ ਵਿਸ਼ਾ ਅਜਿਹਾ ਹੈ ਜੋ ਇਤਿਹਾਸ, ਵਰਤਮਾਨ ਅਤੇ ਭਵਿੱਖ ਤਿੰਨਾਂ ਨਾਲ ਜੁੜਿਆ ਹੋਇਆ ਹੈ। ਮੈਂ ਗੱਲ ਕਰ ਰਿਹਾ ਹਾਂ ਦੇਸ਼ ਨੂੰ ਮਿਲੇ ਨਵੇਂ ਪ੍ਰਧਾਨ ਮੰਤਰੀ ਅਜਾਇਬ ਘਰ ਦੀ। ਇਸ 14 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਦਕਰ ਦੀ ਜਨਮ ਜਯੰਤੀ ਮੌਕੇ ਪ੍ਰਧਾਨ ਮੰਤਰੀ ਅਜਾਇਬ ਘਰ ਦਾ ਉਦਘਾਟਨ ਹੋਇਆ ਹੈ। ਇਸ ਨੂੰ ਦੇਸ਼ ਦੇ ਨਾਗਰਿਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇੱਕ ਸਰੋਤਾ ਹਨ ਸ਼੍ਰੀਮਾਨ ਸਾਰਥਕ ਜੀ। ਸਾਰਥਕ ਜੀ ਗੁਰੂਗ੍ਰਾਮ ਵਿੱਚ ਰਹਿੰਦੇ ਹਨ ਅਤੇ ਪਹਿਲਾ ਮੌਕਾ ਮਿਲਦੇ ਹੀ ਉਹ ਪ੍ਰਧਾਨ ਮੰਤਰੀ ਅਜਾਇਬ ਘਰ ਵੇਖ ਆਏ ਨੇ। ਸਾਰਥਕ ਜੀ ਨੇ ਨਮੋ ਐਪ ਉੱਤੇ ਜੋ ਸੰਦੇਸ਼ ਮੈਨੂੰ ਲਿਖਿਆ ਹੈ ਉਹ ਬਹੁਤ ਇੰਟਰਸਟਿੰਗ ਹੈ। ਉਹਨਾਂ ਨੇ ਲਿਖਿਆ ਹੈ ਕਿ ਉਹ ਵਰ੍ਹਿਆਂ ਤੋਂ ਨਿਊਜ਼ ਚੈਨਲ ਵੇਖਦੇ ਨੇ, ਅਖਬਾਰ ਪੜ੍ਹਦੇ ਨੇ, ਸੋਸ਼ਲ ਮੀਡੀਆ ਨਾਲ ਵੀ ਕਨੈਕਟਡ ਹਨ। ਇਸ ਲਈ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਜਨਰਲ ਨੌਲੇਜ ਕਾਫੀ ਵਧੀਆ ਹੋਵੇਗੀ। ਪਰ ਜਦੋਂ ਉਹ PM ਅਜਾਇਬ ਘਰ ਗਏ ਤਾਂ ਉਹਨਾਂ ਨੂੰ ਬਹੁਤ ਹੈਰਾਨੀ ਹੋਈ। ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹ ਆਪਣੇ ਦੇਸ਼ ਅਤੇ ਦੇਸ਼ ਦੀ ਅਗਵਾਈ ਕਰਨ ਵਾਲਿਆਂ ਦੇ ਬਾਰੇ ਵਿੱਚ ਕਾਫੀ ਕੁਝ ਜਾਣਦੇ ਹੀ ਨਹੀਂ ਹਨ। ਉਹਨਾਂ ਨੇ PM ਅਜਾਇਬ ਘਰ ਦੀਆਂ ਕੁਝ ਅਜਿਹੀਆਂ ਚੀਜ਼ਾਂ ਦੇ ਬਾਰੇ ਵਿੱਚ ਲਿਖਿਆ ਹੈ ਜੋ ਉਹਨਾਂ ਦੀ ਜਿਗਿਆਸਾ ਨੂੰ ਹੋਰ ਵਧਾਉਣ ਵਾਲੀਆਂ ਸਨ। ਜਿਵੇਂ ਉਹਨਾਂ ਨੂੰ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਉਹ ਚਰਖਾ ਵੇਖ ਕੇ ਬਹੁਤ ਖੁਸ਼ੀ ਹੋਈ ਜੋ ਉਹਨਾਂ ਨੂੰ ਸਹੁਰਾ ਪਰਿਵਾਰ ਵੱਲੋਂ ਤੋਹਫੇ ਵਿੱਚ ਮਿਲਿਆ ਸੀ। ਉਹਨਾਂ ਨੇ ਸ਼ਾਸਤਰੀ ਜੀ ਦੀ ਪਾਸਬੁੱਕ ਵੀ ਵੇਖੀ ਅਤੇ ਇਹ ਵੀ ਵੇਖਿਆ ਕਿ ਉਹਨਾਂ ਦੇ ਕੋਲ ਕਿੰਨੀ ਘੱਟ ਬਚਤ ਸੀ। ਸਾਰਥਕ ਜੀ ਨੇ ਲਿਖਿਆ ਹੈ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਮੁਰਾਰਜੀ ਭਾਈ ਦੇਸਾਈ ਸੁਤੰਤਰਤਾ ਸੰਗਰਾਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਗੁਜਰਾਤ ਵਿੱਚ ਡੈਪੂਟੀ ਕਲੈਕਟਰ ਸਨ। ਪ੍ਰਸ਼ਾਸਨਿਕ ਸੇਵਾਵਾਂ ਵਿੱਚ ਉਹਨਾਂ ਦਾ ਇੱਕ ਲੰਮਾ ਕਰੀਅਰ ਰਿਹਾ ਸੀ। ਸਾਰਥਕ ਜੀ ਚੌਧਰੀ ਚਰਨ ਸਿੰਘ ਜੀ ਦੇ ਵਿਸ਼ੇ ਵਿੱਚ ਲਿਖਦੇ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਜ਼ਮੀਂਦਾਰੀ ਦੇ ਖਾਤਮੇ ਵਿੱਚ ਚੌਧਰੀ ਚਰਨ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਸੀ। ਇੰਨਾ ਹੀ ਨਹੀਂ, ਉਹ ਅੱਗੇ ਲਿਖਦੇ ਹਨ ਕਿ ਲੈਂਡ ਰਿਫਾਰਮ ਦੇ ਵਿਸ਼ੇ ਵਿੱਚ ਉੱਥੇ ਮੈਂ ਵੇਖਿਆ ਕਿ ਸ਼੍ਰੀਮਾਨ PV ਨਰਸਿਮਹਾ ਰਾਓ ਜੀ ਲੈਂਡ ਰਿਫਾਰਮ ਦੇ ਕੰਮ ਵਿੱਚ ਬਹੁਤ ਡੂੰਘੀ ਰੁਚੀ ਲੈਂਦੇ ਸਨ। ਸਾਰਥਕ ਜੀ ਨੂੰ ਵੀ ਇਸ ਮਿਊਜ਼ੀਅਮ ਵਿੱਚ ਆ ਕੇ ਹੀ ਪਤਾ ਲੱਗਿਆ ਕਿ ਚੰਦਰ ਸ਼ੇਖਰ ਜੀ ਨੇ 4000 ਕਿਲੋਮੀਟਰ ਤੋਂ ਵੱਧ ਪੈਦਲ ਚੱਲ ਕੇ ਇਤਿਹਾਸਕ ਭਾਰਤ ਯਾਤਰਾ ਕੀਤੀ ਸੀ। ਉਹਨਾਂ ਨੇ ਜਦੋਂ ਅਜਾਇਬ ਘਰ ਵਿੱਚ ਉਹਨਾਂ ਚੀਜ਼ਾਂ ਨੂੰ ਵੇਖਿਆ ਜੋ ਅਟਲ ਜੀ ਇਸਤੇਮਾਲ ਕਰਦੇ ਸਨ, ਉਹਨਾਂ ਦੇ ਭਾਸ਼ਣਾਂ ਨੂੰ ਸੁਣਿਆ ਤਾਂ ਉਹ ਮਾਣ ਨਾਲ ਭਰ ਗਏ ਸਨ। ਸਾਰਥਕ ਜੀ ਨੇ ਇਹ ਵੀ ਦੱਸਿਆ ਕਿ ਇਸ ਅਜਾਇਬ ਘਰ ਵਿੱਚ ਮਹਾਤਮਾ ਗਾਂਧੀ, ਸਰਦਾਰ ਪਟੇਲ, ਡਾਕਟਰ ਅੰਬੇਦਕਰ, ਜੈ ਪ੍ਰਕਾਸ਼ ਨਾਰਾਇਣ ਅਤੇ ਸਾਡੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਬਾਰੇ ਵਿੱਚ ਵੀ ਬਹੁਤ ਹੀ ਰੌਚਕ ਜਾਣਕਾਰੀਆਂ ਹਨ। ਸਾਥੀਓ, ਦੇਸ਼ ਦੇ ਪ੍ਰਧਾਨ ਮੰਤਰੀਆਂ ਦੇ ਯੋਗਦਾਨ ਨੂੰ ਯਾਦ ਕਰਨ ਲਈ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤੋਂ ਵਧੀਆ ਸਮਾਂ ਹੋਰ ਕੀ ਹੋ ਸਕਦਾ ਹੈ। ਦੇਸ਼ ਦੇ ਲਈ ਇਹ ਮਾਣ ਦੀ ਗੱਲ ਹੈ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਇੱਕ ਜਨ ਅੰਦੋਲਨ ਦਾ ਰੂਪ ਲੈ ਰਿਹਾ ਹੈ। ਇਤਿਹਾਸ ਨੂੰ ਲੈ ਕੇ ਲੋਕਾਂ ਦੀ ਦਿਲਚਸਪੀ ਕਾਫੀ ਵੱਧ ਰਹੀ ਹੈ ਅਤੇ ਅਜਿਹੇ ਵਿੱਚ PM ਮਿਊਜ਼ੀਅਮ ਨੌਜਵਾਨਾਂ ਲਈ ਵੀ ਖਿੱਚ ਦਾ ਕੇਂਦਰ ਬਣ ਰਿਹਾ ਹੈ ਜੋ ਦੇਸ਼ ਦੀ ਅਨਮੋਲ ਵਿਰਾਸਤ ਨਾਲ ਉਹਨਾਂ ਨੂੰ ਜੋੜ ਰਿਹਾ ਹੈ। ਵੈਸੇ ਸਾਥੀਓ, ਜਦੋਂ ਮਿਊਜ਼ੀਅਮ ਦੇ ਬਾਰੇ ਵਿੱਚ ਤੁਹਾਡੇ ਨਾਲ ਇੰਨੀਆਂ ਗੱਲਾਂ ਹੋ ਰਹੀਆਂ ਹਨ ਤਾਂ ਮੇਰਾ ਮਨ ਕੀਤਾ ਕਿ ਮੈਂ ਵੀ ਤੁਹਾਨੂੰ ਕੁਝ ਸਵਾਲ ਕਰਾਂ। ਵੇਖਦੇ ਹਾਂ ਤੁਹਾਡੀ ਜਨਰਲ ਨੌਲੇਜ ਕੀ ਕਹਿੰਦੀ ਹੈ, ਤੁਹਾਨੂੰ ਕਿੰਨੀ ਜਾਣਕਾਰੀ ਹੈ। ਮੇਰੇ ਨੌਜਵਾਨ ਸਾਥੀਓ, ਤੁਸੀਂ ਤਿਆਰ ਹੋ? ਕਾਗਜ਼ ਕਲਮ ਹੱਥ ਵਿੱਚ ਲੈ ਲਿਆ? ਹੁਣੇ ਮੈਂ ਤੁਹਾਨੂੰ ਜੋ ਪੁੱਛਣ ਜਾ ਰਿਹਾ ਹਾਂ ਤੁਸੀਂ ਉਹਨਾਂ ਦੇ ਜਵਾਬ ਨਮੋ ਐਪ ਜਾਂ ਸੋਸ਼ਲ ਮੀਡੀਆ ਉੱਤੇ #ਮਿਊਜ਼ੀਅਮ ਕੁਇਜ਼ ਦੇ ਨਾਲ ਸ਼ੇਅਰ ਕਰ ਸਕਦੇ ਹੋ ਅਤੇ ਜ਼ਰੂਰ ਕਰਿਓ। ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਜ਼ਰੂਰ ਦਿਓ। ਇਸ ਨਾਲ ਦੇਸ਼ ਭਰ ਦੇ ਲੋਕਾਂ ਵਿੱਚ ਅਜਾਇਬ ਘਰ ਨੂੰ ਲੈ ਕੇ ਦਿਲਚਸਪੀ ਹੋਰ ਵਧੇਗੀ। ਕੀ ਤੁਸੀਂ ਜਾਣਦੇ ਹੋ ਕਿ ਦੇਸ਼ ਦੇ ਕਿਸ ਸ਼ਹਿਰ ਵਿੱਚ ਇੱਕ ਪ੍ਰਸਿੱਧ ਰੇਲ ਮਿਊਜ਼ੀਅਮ ਹੈ ਜਿੱਥੇ ਪਿਛਲੇ 45 ਸਾਲਾਂ ਤੋਂ ਲੋਕਾਂ ਨੂੰ ਭਾਰਤੀ ਰੇਲ ਦੀ ਵਿਰਾਸਤ ਦੇਖਣ ਦਾ ਮੌਕਾ ਮਿਲ ਰਿਹਾ ਹੈ?
मैं तुहानू एक होर क्लू दिंदा हाँ। तुसीं इत्थे फेरी क्वीन, सैलून ऑफ प्रिंस ऑफ वेल्स तो लैके फायरलैस स्टीम लोकोमोटिव वगैरह भी वेख सकते हो। कि तुसीं जाणदे हो कि मुंबई विच वो किहड़ा अजायब घर है जिथे सानू बहुत ही रोचक तरीके नाल करंसी का एवोल्यूशन देखण नूं मिलदा है। इत्थे ईसा पूर्व 6वीं सदी के सिक्के मौजूद हैं, तो दूजे पासे ई मनी भी मौजूद है। तीजा सवाल, विरासते खालसा किस म्यूजियम नाल जुड़िया है? कि तुसीं जाणदे हो ये म्यूजियम पंजाब दे किस शहर विच मौजूद है? पतंगबाजी विच तां आप सब नूं बहुत आनंद आउंदा होवेगा। अगला सवाल इसे नाल ही जुड़िया है, देश का एकमात्र काइट म्यूजियम कित्थे है? आओ मैं तुहानू एक क्लू दिंदा हाँ। इत्थे जो सब तो वड्डी पतंग रखी है उसका आकार 22 गुणा 16 फुट है। कुछ याद आया? नहीं तो इत्थे एक होर चीज़ दसदा हाँ। ये जिस शहर विच है उसका बापू नाल खास रिश्ता रहा है। बचपन विच डाक टिकटां इकट्ठियां करन दा शौक किसनूं नहीं हुंदा, पर की तुहानूं पता है कि भारत विच डाक टिकट नाल संबंधित नैशनल म्यूजियम कित्थे है? मैं तुहानूं एक होर सवाल करदा हाँ। गुलशन महल नां दी इमारत विच किहड़ा म्यूजियम है? तुहाडे लई क्लू ये है कि इस म्यूजियम विच तुसीं फिल्म दे डायरैक्टर भी बन सकते हो, कैमरा एडिटिंग दियां बारीकियां नूं भी वेख सकते हो। अच्छा, की तुसीं अजिहे किसी अजायब घर दे बारे विच जाणदे हो जो भारत की टैक्सटाइल नाल संबंधित विरासत नूं सैलीब्रेट करता है? इस म्यूजियम विच मिनीएचर पेंटिंग्स, जैन मनुस्क्रिप्ट्स, स्कल्पचर्स बहुत कुछ है। ये अपने यूनीक डिस्पले लई भी जानिया जाता है। साथियों, टैक्नोलॉजी के इस दौर विच तुहाडे लई इन्हां दे जवाब खोजना बहुत आसान है। ये प्रश्न मैं इसलिए पूछे ताकि साडी नवीं पीढ़ी विच जिग्यासा वधे, वो इन्हां दे बारे विच होर पढ़न, इन्हां नूं देखण जाण। हुण तां अजायब घरां दे महत्व की वजह करके कई लोग खुद अगे आके अजायब घरां लई काफ़ी दान भी कर रहे हैं। बहुत सारे लोग अपने पुराने कलैक्शन नूं, इतिहासक चीज़ां नूं भी अजायब घरां नूं दान कर रहे हैं। तुसीं जदों अजिहा करदे हो तां एक तरह नाल तुसीं एक सभ्याचारक पूंजी नूं पूरे समाज दे नाल साझा करदे हो। भारत विच भी लोग हुण इस दे लई अगे आ रहे ने। मैं अजिहे सारे निजी उपरालियां दी भी शलाघा करदा हाँ। अज बदलदे होए समय विच अते कोविड प्रोटोकोल्स की वजह करके अजायब घरां विच नਵੇਂ तौर तरीके अपनाउण उत्ते जोर दिता जा रहा है। अजायब घरां विच डिजिटाइजेशन उत्ते भी फोकस वधिया है। आप सब जानते हो कि 18 मई नूं पूरी दुनिया विच इंटरनैशनल म्यूजियम डे मनाया जाएगा। इस नूं वेखदे होए अपने नौजवान साथियों लई मेरे कोल एक आइडिया है। क्यों ना आउण वालियां छुट्टियां विच तुसीं अपने दोस्तां दी मंडली दे नाल किसी स्थानक म्यूजियम नूं वेखण जाओ। तुसीं अपना अनुभव #म्यूजियम मैमोरीज़ दे नाल जरूर साझा करियो। तुहाडे अजिहा करन नाल दूजियां दे मन विच भी अजायब घरां नूं लै के जिग्यासा जागेगी। मेरे प्यारे देशवासियों, तुसीं अपने जीवन विच बहुत सारे संकल्प लैंदे होवोगे, उन्हां नूं पूरा करन लई मेहनत भी करदे होवोगे। साथियों, पर हाल ही विच मैनू एक अजिहे संकल्प के बारे में पता लग्या जो वाकई बहुत वखरा सी, बहुत अनोखा सी। इसलिए मैं सोचा कि इसनूं मन की बात के स्रोतिਆਂ नाल जरूर साझा करा। साथियों, की तुसीं सोच सकते हो कि कोई अपने घर तो ये संकल्प लैके निकले कि वो अज दिन भर पूरा शहर घूमेगा अते एक भी पैसे का लैण देण कैश विच नहीं करेगा, नकद विच नहीं करेगा। है ना ये दिलचस्प संकल्प? दिल्ली दियां 2 बेटियां सागरिका अते प्रेक्षा ने अजिहा ही कैशलैस डे आउट का एक्सपैरीमेंट किया। सागरिका अते प्रेक्षा दिल्ली विच जिथे भी गईयां उन्हां नूं
डिजिटल पेमेंट की सहूलत उपलब्ध हो गई। UPI QR कोड की वजह नाल उन्हां नूं कैश कड्ढण की लोड़ ही नहीं पई। इत्थों तक कि स्ट्रीट फूड अते रेहड़ी पटड़ी दीआं दुकानां उत्ते भी ज़्यादातर जगह उन्हां नूं ऑनलाइन ट्रांजैक्शन की सहूलत मिली। साथियों, कोई सोच सकता है कि दिल्ली है, मैट्रो सिटी है, उत्थे ये सब होना सुखाला है, पर हुण अजिहा नहीं है कि UPI का यह पसारा केवल दिल्ली वर्गे वड्डे शहरां तक ही सीमित होवे। एक मैसेज मैनू गाजियाबाद तो आनंदिता त्रिपाठी का भी मिलिया है। आनंदिता पिछले हफ्ते अपने पति दे नाल नॉर्थ ईस्ट घूमण गए सन। उन्होंने असम तो लैके मेघालय अते अरुणाचल प्रदेश के तवांग तक की अपनी यात्रा का अनुभव मैनू दस्या। तुहानू भी ये जान के सुखमई हैरानी होवेगी कि कई दिन की इस यात्रा विच दूर दराडे इलाकों विच भी उन्होंने कैश कढ़वाउण की जरूरत ही नहीं पई। जिन्हां थावां उत्ते कुछ साल पहलां तक इंटरनेट की चंगी सहूलत भी नहीं सी, उत्थे भी हुण UPI नाल पेमेंट की सहूलत मौजूद है। सागरिका, प्रेक्षा अते आनंदिता के अनुभवां नूं वेखदे होए मैं तुहानू भी बेनती करांगा कि कैशलैस डे आउट का एक्सपैरीमेंट करके वेखो, जरूर करियो। साथियों, पिछले कुछ सालों विच भीम UPI तेज़ी नाल साडी इकोनॉमी अते आदतां दा हिस्सा बन गया है। हुण तां छोटे छोटे शहरां विच अते ज़्यादातर पिंडां विच भी लोग UPI नाल ही लैण देण कर रहे हैं। डिजिटल इकोनॉमी नाल देश विच एक कल्चर भी पैदा हो रहा है। गली गुआंढ दीआं छोटियां छोटियां दुकानां विच डिजिटल पेमेंट होण नाल उन्हां नूं वध तो वध गाहकां नूं सर्विस देना सुखाला हो गया है। उन्हां नूं हुण खुले पैसिਆਂ ਦੀ भी मुश्किल नहीं हुंदी। तुसीं भी UPI की सहूलत नूं रोज़ाना के जीवन विच महसूस करते होवोगे। किते भी गए कैश लैके जाण दा, बैंक जाण दा, ATM लभण दा झंझट ही खत्म। मोबाइल तो ही सारे पेमेंट हो जाते हैं। पर की तुसी कदे सोचा है कि तुहाडे इन्हां छोटे छोटे ऑनलाइन पेमेंट नाल देश विच किन्नी वड्डी डिजिटल इकोनॉमी तैयार हुई है। इस समय साडे देश विच करीब 20,000 करोड़ रुपए के ट्रांजैक्शन हर दिन हो रहे हैं। पिछले मार्च के महीने विच तां UPI ट्रांजैक्शन करीब 10 लाख करोड़ रुपए तक पहुँच गया। इस नाल देश विच सहूलत भी वध रही है अते ईमानदारी का माहौल भी बन रहा है। हुण तां देश विच फिनटैक नाल जुड़े कई नवे स्टार्टअप्स भी अगे वध रहे हैं। मैं चाहांगा कि जेकर तुहाडे कोल भी डिजिटल पेमेंट अते स्टार्टअप ईकोसिस्टम की इस ताकत नाल जुड़े अनुभव होण तां उन्हां नूं साझा करो। तुहाडे अनुभव दूजे कई होर देशवासियों लई प्रेरणा बन सकते हैं। मेरे प्यारे देशवासियों, टैक्नोलॉजी की ताकत किमें आम लोगों का जीवन बदल रही है, ये सानू साडे आले दुआले लगातार नज़र आ रहा है। टैक्नोलॉजी ने एक होर वड्डा काम कीता है। ये काम है दिव्यांग साथियों दीआं गैर मामूली योग्यतावां दा लाभ देश अते दुनिया नूं दिवाउणा। साडे दिव्यांग भरा भैण की कर सकते हैं, ये आपां टोक्यो पैरालंपिक्स विच देखा है। खेडां दी तरह ही आर्ट्स, एकेडमिक्स अते दूजे कई खेत्रां विच दिव्यांग साथी कमाल कर रहे हैं। पर जदों इन्हां साथियों नूं टैक्नोलॉजी की ताकत मिल जाती है तां ये होर भी वड्डे मुकाम हासिल करके दिखाउंदे हैं। इसे लई देश अजकल लगातार संसाधनां अते इंफ्रास्ट्रक्चर नूं दिव्यांगां लई सुखाला बनाउण लई लगातार कोशिश कर रहा है। देश विच अजिहे कई स्टार्टअप्स अते संगठन भी हैं जो इस दिशा विच प्रेरणादायी काम कर रहे हैं। अजिही ही एक संस्था है वॉइस ऑफ स्पैशली एबल्ड पीपल। ये संस्था असिस्टिव टैक्नोलॉजी के खेत्र विच नवे मौक़िਆਂ ਨੂੰ प्रमोट कर रही है। जो दिव्यांग कलाकार हैं उन्हां दे काम नूं दुनिया तक पहुँचाउण लई भी एक इनोवेटिव शुरुआत की गई है।
ਵੌਇਸ ਆਫ ਸਪੈਸ਼ਲੀ ਏਬਲਡ ਪੀਪਲ ਦੇ ਇਹਨਾਂ ਕਲਾਕਾਰਾਂ ਦੀਆਂ ਪੇਂਟਿੰਗਸ ਇਸ ਦੀ ਡਿਜੀਟਲ ਆਰਟ ਗੈਲਰੀ ਤਿਆਰ ਕੀਤੀ ਹੈ। ਦਿਵਿਆਂਗ ਸਾਥੀ ਕਿਸ ਤਰ੍ਹਾਂ ਗੈਰ ਮਾਮੂਲੀ ਹੁਨਰਾਂ ਦੇ ਧਨੀ ਹੁੰਦੇ ਹਨ ਅਤੇ ਉਹਨਾਂ ਦੇ ਕੋਲ ਕਿੰਨੀਆਂ ਗੈਰ ਮਾਮੂਲੀ ਯੋਗਤਾਵਾਂ ਹੁੰਦੀਆਂ ਹਨ, ਇਹ ਆਰਟ ਗੈਲਰੀ ਇਸ ਦਾ ਇੱਕ ਉਦਾਹਰਣ ਹੈ। ਦਿਵਿਆਂਗ ਸਾਥੀਆਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਹੁੰਦੀਆਂ ਹਨ, ਉਹਨਾਂ ਵਿੱਚੋਂ ਨਿਕਲ ਕੇ ਉਹ ਕਿੱਥੋਂ ਤੱਕ ਪਹੁੰਚ ਸਕਦੇ ਹਨ, ਅਜਿਹੇ ਕਈ ਵਿਸ਼ਿਆਂ ਨੂੰ ਇਹਨਾਂ ਪੇਂਟਿੰਗਸ ਵਿੱਚ ਤੁਸੀਂ ਮਹਿਸੂਸ ਕਰ ਸਕਦੇ ਹੋ। ਤੁਸੀਂ ਵੀ ਜੇਕਰ ਕਿਸੇ ਦਿਵਿਆਂਗ ਸਾਥੀ ਨੂੰ ਜਾਣਦੇ ਹੋ, ਉਹਨਾਂ ਦੇ ਟੈਲੈਂਟ ਨੂੰ ਜਾਣਦੇ ਹੋ, ਤਾਂ ਡਿਜੀਟਲ ਟੈਕਨੋਲੋਜੀ ਦੀ ਮਦਦ ਨਾਲ ਉਸ ਨੂੰ ਦੁਨੀਆ ਦੇ ਸਾਹਮਣੇ ਲਿਆ ਸਕਦੇ ਹੋ। ਜੋ ਦਿਵਿਆਂਗ ਸਾਥੀ ਹਨ ਉਹ ਵੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਜ਼ਰੂਰ ਜੁੜਨ। ਮੇਰੇ ਪਿਆਰੇ ਦੇਸ਼ਵਾਸੀਓ, ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਮੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਵੱਧਦੀ ਹੋਈ ਇਹ ਗਰਮੀ ਪਾਣੀ ਬਚਾਉਣ ਦੀ ਸਾਡੀ ਜ਼ਿੰਮੇਵਾਰੀ ਨੂੰ ਵੀ ਓਨਾ ਹੀ ਵਧਾ ਦਿੰਦੀ ਹੈ। ਹੋ ਸਕਦਾ ਹੈ ਕਿ ਤੁਸੀਂ ਇਸ ਵੇਲੇ ਜਿੱਥੇ ਹੋਵੋ ਉੱਥੇ ਪਾਣੀ ਭਰਪੂਰ ਮਾਤਰਾ ਵਿੱਚ ਉਪਲਬਧ ਹੋਵੇ, ਪਰ ਤੁਸੀਂ ਉਹਨਾਂ ਕਰੋੜਾਂ ਲੋਕਾਂ ਨੂੰ ਵੀ ਹਮੇਸ਼ਾ ਯਾਦ ਰੱਖਣਾ ਹੈ ਜੋ ਜਲ ਸੰਕਟ ਵਾਲੇ ਖੇਤਰਾਂ ਵਿੱਚ ਰਹਿੰਦੇ ਹਨ, ਜਿਨ੍ਹਾਂ ਦੇ ਲਈ ਪਾਣੀ ਦੀ ਇੱਕ ਇੱਕ ਬੂੰਦ ਅੰਮ੍ਰਿਤ ਦੇ ਬਰਾਬਰ ਹੁੰਦੀ ਹੈ। ਸਾਥੀਓ, ਇਸ ਸਮੇਂ ਆਜ਼ਾਦੀ ਦੇ 75ਵੇਂ ਸਾਲ ਵਿੱਚ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਜਿਨ੍ਹਾਂ ਸੰਕਲਪਾਂ ਨੂੰ ਲੈ ਕੇ ਅੱਗੇ ਵਧ ਰਿਹਾ ਹੈ, ਉਹਨਾਂ ਵਿੱਚ ਜਲ ਸੁਰੱਖਿਆ ਵੀ ਇੱਕ ਹੈ। ਅੰਮ੍ਰਿਤ ਮਹੋਤਸਵ ਦੇ ਦੌਰਾਨ ਦੇਸ਼ ਦੇ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਏ ਜਾਣਗੇ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਿੰਨਾ ਵੱਡਾ ਅਭਿਆਨ ਹੈ। ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਆਪਣੇ ਸ਼ਹਿਰ ਵਿੱਚ 75 ਅੰਮ੍ਰਿਤ ਸਰੋਵਰ ਹੋਣਗੇ। ਮੈਂ ਆਪ ਸਭ ਤੋਂ ਅਤੇ ਖਾਸ ਕਰ ਨੌਜਵਾਨਾਂ ਤੋਂ ਚਾਹਾਂਗਾ ਕਿ ਉਹ ਇਸ ਅਭਿਆਨ ਦੇ ਬਾਰੇ ਵਿੱਚ ਜਾਣਨ ਅਤੇ ਇਸ ਦੀ ਜ਼ਿੰਮੇਵਾਰੀ ਵੀ ਚੁੱਕਣ। ਜੇਕਰ ਤੁਹਾਡੇ ਖੇਤਰ ਵਿੱਚ ਸੁਤੰਤਰਤਾ ਸੰਗਰਾਮ ਨਾਲ ਜੁੜਿਆ ਕੋਈ ਇਤਿਹਾਸ ਹੈ, ਕਿਸੇ ਸੈਨਾਨੀ ਦੀ ਯਾਦਗਾਰ ਹੈ, ਤਾਂ ਉਸ ਨੂੰ ਵੀ ਅੰਮ੍ਰਿਤ ਸਰੋਵਰ ਨਾਲ ਜੋੜ ਸਕਦੇ ਹੋ। ਉਂਝ ਮੈਨੂੰ ਇਹ ਜਾਣ ਕੇ ਚੰਗਾ ਲੱਗਿਆ ਕਿ ਅੰਮ੍ਰਿਤ ਸਰੋਵਰ ਦਾ ਸੰਕਲਪ ਲੈਣ ਦੇ ਬਾਅਦ ਕਈ ਥਾਵਾਂ 'ਤੇ ਇਸ ਉੱਤੇ ਤੇਜ਼ੀ ਨਾਲ ਕੰਮ ਸ਼ੁਰੂ ਹੋ ਚੁੱਕਿਆ ਹੈ। ਮੈਨੂੰ ਯੂਪੀ ਦੇ ਰਾਮਪੁਰ ਦੀ ਗ੍ਰਾਮ ਪੰਚਾਇਤ ਪਟਵਾਈ ਦੇ ਬਾਰੇ ਵਿੱਚ ਜਾਣਕਾਰੀ ਮਿਲੀ ਹੈ। ਉੱਥੇ ਗ੍ਰਾਮ ਸਭਾ ਦੀ ਜ਼ਮੀਨ ਉੱਤੇ ਇੱਕ ਤਲਾਬ ਸੀ, ਪਰ ਉਹ ਗੰਦਗੀ ਅਤੇ ਕੂੜੇ ਦੇ ਢੇਰ ਨਾਲ ਭਰਿਆ ਹੋਇਆ ਸੀ। ਪਿਛਲੇ ਕੁਝ ਹਫ਼ਤਿਆਂ ਵਿੱਚ ਬਹੁਤ ਮਿਹਨਤ ਕਰਕੇ ਸਥਾਨਕ ਲੋਕਾਂ ਦੀ ਮਦਦ ਨਾਲ, ਸਥਾਨਕ ਸਕੂਲੀ ਬੱਚਿਆਂ ਦੀ ਮਦਦ ਨਾਲ ਉਸ ਗੰਦੇ ਤਲਾਬ ਦਾ ਕਾਇਆਕਲਪ ਹੋ ਗਿਆ ਹੈ। ਹੁਣ ਉਸ ਤਲਾਬ ਦੇ ਕਿਨਾਰੇ ਰਿਟੇਨਿੰਗ ਵਾਲ, ਚਾਰ ਦੀਵਾਰੀ, ਫੂਡ ਕੋਰਟ, ਫੁਆਰੇ ਅਤੇ ਲਾਈਟਿੰਗ ਵੀ ਪਤਾ ਨਹੀਂ ਕੀ ਵਿਵਸਥਾਵਾਂ ਕੀਤੀਆਂ ਗਈਆਂ ਨੇ। ਮੈਂ ਰਾਮਪੁਰ ਦੀ ਪਟਵਾਈ ਗ੍ਰਾਮ ਪੰਚਾਇਤ ਨੂੰ, ਪਿੰਡ ਦੇ ਲੋਕਾਂ ਨੂੰ, ਉੱਥੋਂ ਦੇ ਬੱਚਿਆਂ ਨੂੰ ਇਸ ਉਪਰਾਲੇ ਲਈ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸਾਥੀਓ, ਪਾਣੀ ਦੀ ਉਪਲਬਧਤਾ ਅਤੇ ਪਾਣੀ ਦੀ ਘਾਟ ਇਹ ਕਿਸੇ ਵੀ ਦੇਸ਼ ਦੀ ਤਰੱਕੀ ਅਤੇ ਰਫ਼ਤਾਰ ਨੂੰ ਨਿਰਧਾਰਿਤ ਕਰਦੇ ਹਨ। ਤੁਸੀਂ ਵੀ ਗੌਰ ਕੀਤਾ ਹੋਵੇਗਾ ਕਿ ਮਨ ਕੀ ਬਾਤ ਵਿੱਚ ਮੈਂ ਸਵੱਛਤਾ ਵਰਗੇ ਵਿਸ਼ਿਆਂ ਦੇ ਨਾਲ ਹੀ ਵਾਰ-ਵਾਰ ਜਲ ਸੁਰੱਖਿਆ ਦੀ ਗੱਲ ਜ਼ਰੂਰ ਕਰਦਾ ਹਾਂ। ਆਪਣੇ ਤਾਂ ਗ੍ਰੰਥਾਂ ਵਿੱਚ ਸਪਸ਼ਟ ਰੂਪ ਨਾਲ ਕਿਹਾ ਗਿਆ ਹੈ, ਪਾਨੀਅਮ ਪਰਮਮ ਲੋਕੇ ਜੀਵਾਨਾਮ ਜੀਵਨਮ ਸਮ੍ਰਿਤਮ, ਭਾਵ ਸੰਸਾਰ ਵਿੱਚ ਪਾਣੀ ਹੀ ਹਰ ਇੱਕ ਜੀਵ ਦੇ ਜੀਵਨ ਦਾ ਆਧਾਰ ਹੈ ਅਤੇ ਪਾਣੀ ਹੀ ਸਭ ਤੋਂ ਵੱਡਾ ਸੰਸਾਧਨ ਵੀ ਹੈ। ਇਸੇ ਲਈ ਤਾਂ ਆਪਣੇ ਪੁਰਖਿਆਂ ਨੇ ਜਲ ਸੁਰੱਖਿਆ ਲਈ ਇੰਨਾ ਜ਼ੋਰ ਦਿੱਤਾ। ਵੇਦਾਂ ਤੋਂ ਲੈ ਕੇ ਪੁਰਾਣਾਂ ਤੱਕ ਹਰ ਜਗ੍ਹਾ ਪਾਣੀ ਬਚਾਉਣ ਨੂੰ, ਤਲਾਬ ਸਰੋਵਰ ਆਦਿ ਬਣਵਾਉਣ ਨੂੰ ਮਨੁੱਖ ਦਾ ਸਮਾਜਿਕ ਅਤੇ ਅਧਿਆਤਮਿਕ ਫਰਜ਼ ਦੱਸਿਆ ਗਿਆ ਹੈ। ਵਾਲਮੀਕ ਰਾਮਾਇਣ ਵਿੱਚ ਜਲ ਸਰੋਤਾਂ ਨੂੰ ਜੋੜਨ ਉੱਤੇ, ਜਲ ਸੁਰੱਖਿਆ ਉੱਤੇ ਖਾਸ ਜ਼ੋਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇਤਿਹਾਸ ਦੇ ਸਟੂਡੈਂਟਸ ਜਾਣਦੇ ਹੋਣਗੇ, ਸਿੰਧੂ, ਸਰਸਵਤੀ ਅਤੇ ਹੜੱਪਾ ਸੱਭਿਅਤਾ ਦੇ ਦੌਰਾਨ ਵੀ ਭਾਰਤ ਵਿੱਚ ਪਾਣੀ ਨੂੰ ਲੈ ਕੇ ਕਿੰਨੀ ਵਿਕਸਿਤ ਇੰਜੀਨੀਅਰਿੰਗ ਹੁੰਦੀ ਸੀ। ਪ੍ਰਾਚੀਨ ਕਾਲ ਵਿੱਚ ਕਈ ਸ਼ਹਿਰਾਂ ਵਿੱਚ ਜਲ ਸਰੋਤਾਂ ਦਾ ਆਪਸ ਵਿੱਚ ਇੰਟਰਕਨੈਕਟਡ ਸਿਸਟਮ ਹੁੰਦਾ ਸੀ ਅਤੇ ਇਹ ਉਹ ਸਮਾਂ ਸੀ
ਜਦੋਂ ਜਨਸੰਖਿਆ ਓਨੀ ਨਹੀਂ ਸੀ, ਕੁਦਰਤੀ ਸੰਸਾਧਨਾਂ ਦੀ ਘਾਟ ਵੀ ਨਹੀਂ ਸੀ, ਇੱਕ ਤਰ੍ਹਾਂ ਨਾਲ ਬਹੁਤਾਤ ਸੀ, ਫਿਰ ਵੀ ਜਲ ਸੁਰੱਖਿਆ ਨੂੰ ਲੈ ਕੇ ਉਸ ਵੇਲੇ ਜਾਗਰੂਕਤਾ ਬਹੁਤ ਜ਼ਿਆਦਾ ਸੀ। ਪਰ ਅੱਜ ਸਥਿਤੀ ਇਸ ਦੇ ਵਿਪਰੀਤ ਹੈ। ਮੇਰੀ ਆਪ ਸਭ ਨੂੰ ਬੇਨਤੀ ਹੈ, ਤੁਸੀਂ ਆਪਣੇ ਇਲਾਕੇ ਦੇ ਅਜਿਹੇ ਪੁਰਾਣੇ ਤਲਾਬਾਂ, ਖੂਹਾਂ ਅਤੇ ਸਰੋਵਰਾਂ ਦੇ ਬਾਰੇ ਵਿੱਚ ਜਾਣੋ। ਅੰਮ੍ਰਿਤ ਸਰੋਵਰ ਅਭਿਆਨ ਦੀ ਵਜ੍ਹਾ ਕਰਕੇ ਜਲ ਸੁਰੱਖਿਆ ਦੇ ਨਾਲੋਂ ਨਾਲ ਤੁਹਾਡੇ ਇਲਾਕੇ ਦੀ ਪਹਿਚਾਣ ਵੀ ਬਣੇਗੀ। ਇਸ ਨਾਲ ਸ਼ਹਿਰਾਂ ਵਿੱਚ, ਮੁਹੱਲਿਆਂ ਵਿੱਚ ਸਥਾਨਕ ਸੈਰਗਾਹਾਂ ਵੀ ਵਿਕਸਿਤ ਹੋਣਗੀਆਂ। ਲੋਕਾਂ ਨੂੰ ਘੁੰਮਣ ਫਿਰਨ ਦੀ ਇੱਕ ਜਗ੍ਹਾ ਮਿਲੇਗੀ। ਸਾਥੀਓ, ਜਲ ਨਾਲ ਜੁੜਿਆ ਹਰ ਉਪਰਾਲਾ ਸਾਡੇ ਕੱਲ੍ਹ ਨਾਲ ਜੁੜਿਆ ਹੈ। ਇਸ ਵਿੱਚ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਦੇ ਲਈ ਸਦੀਆਂ ਤੋਂ ਵੱਖੋ-ਵੱਖ ਸਮਾਜ, ਵੱਖੋ-ਵੱਖ ਯਤਨ ਲਗਾਤਾਰ ਕਰਦੇ ਆਏ ਹਨ। ਜਿਵੇਂ ਕਿ ਕੱਛ ਦੇ ਰਣ ਦਾ ਇੱਕ ਕਬੀਲਾ ਮਾਲਧਾਰੀ ਜਲ ਸੁਰੱਖਿਆ ਲਈ ਵ੍ਰਿਦਾਸ ਨਾਮ ਦਾ ਤਰੀਕਾ ਇਸਤੇਮਾਲ ਕਰਦਾ ਹੈ। ਇਸ ਦੇ ਤਹਿਤ ਛੋਟੇ ਖੂਹ ਬਣਾਏ ਜਾਂਦੇ ਹਨ ਅਤੇ ਉਸ ਦੇ ਬਚਾਓ ਲਈ ਆਲੇ ਦੁਆਲੇ ਰੁੱਖ ਬੂਟੇ ਲਗਾਏ ਜਾਂਦੇ ਹਨ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੀ ਭੀਲ ਜਨਜਾਤੀ ਨੇ ਆਪਣੀ ਇੱਕ ਇਤਿਹਾਸਕ ਪਰੰਪਰਾ ਹਲਮਾ ਨੂੰ ਜਲ ਸੁਰੱਖਿਆ ਲਈ ਇਸਤੇਮਾਲ ਕੀਤਾ। ਇਸ ਪਰੰਪਰਾ ਦੇ ਅਨੁਸਾਰ ਇਸ ਕਬੀਲੇ ਦੇ ਲੋਕ ਪਾਣੀ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਇੱਕ ਜਗ੍ਹਾ ਉੱਤੇ ਇਕੱਠੇ ਹੁੰਦੇ ਹਨ। ਹਲਮਾ ਪਰੰਪਰਾ ਰਾਹੀਂ ਮਿਲੇ ਸੁਝਾਵਾਂ ਦੀ ਵਜ੍ਹਾ ਕਰਕੇ ਇਸ ਖੇਤਰ ਵਿੱਚ ਪਾਣੀ ਦਾ ਸੰਕਟ ਘਟਿਆ ਹੈ ਅਤੇ ਜ਼ਮੀਨੀ ਪਾਣੀ ਦਾ ਪੱਧਰ ਵੀ ਵਧ ਰਿਹਾ ਹੈ। ਸਾਥੀਓ, ਅਜਿਹਾ ਹੀ ਫਰਜ਼ ਦਾ ਭਾਵ ਜੇਕਰ ਸਭ ਦੇ ਮਨ ਵਿੱਚ ਆ ਜਾਵੇ ਤਾਂ ਜਲ ਸੰਕਟ ਨਾਲ ਜੁੜੀਆਂ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਦਾ ਹੱਲ ਹੋ ਸਕਦਾ ਹੈ। ਆਓ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਆਪਾਂ ਜਲ ਸੁਰੱਖਿਆ ਅਤੇ ਜੀਵਨ ਸੁਰੱਖਿਆ ਦਾ ਸੰਕਲਪ ਲਈਏ। ਆਪਾਂ ਬੂੰਦ-ਬੂੰਦ ਜਲ ਬਚਾਵਾਂਗੇ ਅਤੇ ਹਰ ਇੱਕ ਜੀਵਨ ਬਚਾਵਾਂਗੇ। ਮੇਰੇ ਪਿਆਰੇ ਦੇਸ਼ਵਾਸੀਓ, ਤੁਸੀਂ ਵੇਖਿਆ ਹੋਵੇਗਾ ਕਿ ਕੁਝ ਦਿਨ ਪਹਿਲਾਂ ਮੈਂ ਆਪਣੇ ਨੌਜਵਾਨ ਦੋਸਤਾਂ ਨਾਲ, ਸਟੂਡੈਂਟਸ ਨਾਲ ਪ੍ਰੀਖਿਆ ਪਰ ਚਰਚਾ ਕੀਤੀ ਸੀ। ਇਸ ਚਰਚਾ ਦੇ ਦੌਰਾਨ ਕੁਝ ਸਟੂਡੈਂਟਸ ਨੇ ਕਿਹਾ ਕਿ ਉਹਨਾਂ ਨੂੰ ਐਗਜ਼ਾਮ ਵਿੱਚ ਗਣਿਤ ਤੋਂ ਡਰ ਲੱਗਦਾ ਹੈ। ਇਸੇ ਤਰ੍ਹਾਂ ਦੀ ਗੱਲ ਕਈ ਵਿਦਿਆਰਥੀਆਂ ਨੇ ਮੈਨੂੰ ਆਪਣੇ ਸੰਦੇਸ਼ ਵਿੱਚ ਵੀ ਭੇਜੀ ਸੀ। ਉਸ ਸਮੇਂ ਹੀ ਮੈਂ ਤੈਅ ਕੀਤਾ ਸੀ ਕਿ ਗਣਿਤ, ਮੈਥਮੈਟਿਕਸ ਉੱਤੇ ਮੈਂ ਇਸ ਵਾਰ ਮਨ ਕੀ ਬਾਤ ਵਿੱਚ ਜ਼ਰੂਰ ਚਰਚਾ ਕਰਾਂਗਾ। ਸਾਥੀਓ, ਗਣਿਤ ਤਾਂ ਅਜਿਹਾ ਵਿਸ਼ਾ ਹੈ ਜਿਸ ਨੂੰ ਲੈ ਕੇ ਸਾਨੂੰ ਭਾਰਤੀਆਂ ਨੂੰ ਸਭ ਤੋਂ ਵੱਧ ਸਹਿਜ ਹੋਣਾ ਚਾਹੀਦਾ ਹੈ। ਆਖਿਰ ਗਣਿਤ ਨੂੰ ਲੈ ਕੇ ਪੂਰੀ ਦੁਨੀਆ ਲਈ ਸਭ ਤੋਂ ਵੱਧ ਖੋਜ ਅਤੇ ਯੋਗਦਾਨ ਭਾਰਤ ਦੇ ਲੋਕਾਂ ਨੇ ਹੀ ਤਾਂ ਦਿੱਤਾ ਹੈ। ਸਿਫਰ ਭਾਵ ਜ਼ੀਰੋ ਦੀ ਖੋਜ ਅਤੇ ਉਸ ਦੇ ਮਹੱਤਵ ਦੇ ਬਾਰੇ ਵਿੱਚ ਤੁਸੀਂ ਖੂਬ ਸੁਣਿਆ ਵੀ ਹੋਵੇਗਾ। ਅਕਸਰ ਤੁਸੀਂ ਵੀ ਇਹ ਸੁਣਦੇ ਹੋਵੋਗੇ ਕਿ ਜੇਕਰ ਜ਼ੀਰੋ ਦੀ ਖੋਜ ਨਾ ਹੁੰਦੀ ਤਾਂ ਸ਼ਾਇਦ ਅਸੀਂ ਦੁਨੀਆ ਦੀ ਇੰਨੀ ਵਿਗਿਆਨਕ ਤਰੱਕੀ ਨਾ ਵੇਖ ਸਕਦੇ। ਕੈਲਕੂਲਸ ਤੋਂ ਲੈ ਕੇ ਕੰਪਿਊਟਰਸ ਤੱਕ ਇਹ ਸਾਰੀਆਂ ਵਿਗਿਆਨਕ ਖੋਜਾਂ ਜ਼ੀਰੋ ਉੱਤੇ ਹੀ ਤਾਂ ਆਧਾਰਿਤ ਹਨ। ਭਾਰਤ ਦੇ ਗਣਿਤ ਗਿਆਨੀਆਂ ਅਤੇ ਵਿਦਵਾਨਾਂ ਨੇ ਇੱਥੋਂ ਤੱਕ ਲਿਖਿਆ ਹੈ ਕਿ ਯਤ ਕਿੰਚਿਤ ਵਸਤੂ ਤਤ ਸਰਵਮ, ਯਤ ਕਿੰਚਿਤ ਵਸਤੂ ਤਤ ਸਰਵਮ ਗਣਿਤੇਨ ਬਿਨਾ ਨਾਹੀ, ਗਣਿਤੇਨ ਬਿਨਾ ਨਾਹੀ। ਭਾਵ ਇਸ ਪੂਰੇ ਬ੍ਰਹਿਮੰਡ ਵਿੱਚ ਜੋ ਕੁਝ ਵੀ ਹੈ ਉਹ ਸਭ ਕੁਝ ਗਣਿਤ ਉੱਤੇ ਹੀ ਤਾਂ ਆਧਾਰਿਤ ਹੈ। ਤੁਸੀਂ ਵਿਗਿਆਨ ਦੀ ਪੜ੍ਹਾਈ ਨੂੰ ਯਾਦ ਕਰੋ ਤਾਂ ਇਸ ਦਾ ਮਤਲਬ ਤੁਹਾਨੂੰ ਸਮਝ ਆ ਜਾਏਗਾ। ਵਿਗਿਆਨ ਦਾ ਹਰ ਪ੍ਰਿੰਸੀਪਲ ਇੱਕ ਮੈਥਮੈਟੀਕਲ ਫਾਰਮੂਲਾ ਵਿੱਚ ਹੀ ਤਾਂ ਵਿਅਕਤ ਕੀਤਾ ਜਾਂਦਾ ਹੈ। ਨਿਊਟਨ ਦੇ ਲਾਜ਼ ਹੋਣ, ਆਇਨਸਟਾਈਨ ਦਾ ਫੇਮਸ ਇਕੁਏਸ਼ਨ, ਬ੍ਰਹਿਮੰਡ ਨਾਲ ਜੁੜਿਆ ਸਾਰਾ ਵਿਗਿਆਨ ਇੱਕ ਗਣਿਤ ਹੀ ਤਾਂ ਹੈ। ਹੁਣ ਤਾਂ ਵਿਗਿਆਨੀ ਵੀ ਥਿਊਰੀ ਆਫ ਐਵਰੀਥਿੰਗ ਦੀ ਚਰਚਾ ਕਰ ਰਹੇ ਨੇ, ਭਾਵ ਇੱਕ ਅਜਿਹਾ ਸਿੰਗਲ ਫਾਰਮੂਲਾ ਜਿਸ ਦੇ ਨਾਲ ਬ੍ਰਹਿਮੰਡ ਦੀ ਹਰ ਚੀਜ਼ ਨੂੰ ਦਰਸਾਇਆ ਜਾ ਸਕੇ। ਗਣਿਤ ਦੇ ਸਹਾਰੇ ਵਿਗਿਆਨਕ ਸਮਝ ਦੇ ਇੰਨੇ ਵਿਸਥਾਰ ਦੀ ਕਲਪਨਾ ਸਾਡੇ ਰਿਸ਼ੀਆਂ ਨੇ ਹਮੇਸ਼ਾ ਤੋਂ ਕੀਤੀ ਹੈ। ਅਸੀਂ ਜੇਕਰ ਸਿਫਰ ਦੀ ਖੋਜ ਕੀਤੀ ਤਾਂ ਨਾਲ ਹੀ ਅਨੰਤ ਭਾਵ ਇਨਫਿਨਾਈਟ ਨੂੰ ਵੀ ਐਕਸਪ੍ਰੈਸ ਕੀਤਾ ਹੈ। ਆਮ ਬੋਲਚਾਲ ਵਿੱਚ ਜਦੋਂ ਅਸੀਂ ਸੰਖਿਆਵਾਂ ਅਤੇ ਨੰਬਰਸ ਦੀ ਗੱਲ ਕਰਦੇ ਹਾਂ ਤਾਂ ਮਿਲੀਅਨ, ਬਿਲੀਅਨ ਅਤੇ ਟ੍ਰਿਲੀਅਨ ਤੱਕ ਬੋਲਦੇ ਅਤੇ ਸੋਚਦੇ ਹਾਂ। ਪਰ ਵੇਦਾਂ ਵਿੱਚ ਅਤੇ ਭਾਰਤੀ ਗਣਿਤ ਵਿੱਚ ਇਹ ਗਿਣਤੀ ਬਹੁਤ ਅੱਗੇ ਤੱਕ ਜਾਂਦੀ ਹੈ।
ਆਪਣੇ ਇੱਥੇ ਇੱਕ ਬਹੁਤ ਪੁਰਾਣਾ ਸ਼ਲੋਕ ਮਸ਼ਹੂਰ ਹੈ। एकम दशम शतम चैव सहस्त्रम अयुतम तथा लक्षम च न्यूतम चैव कोटि ही अर्बुदम एव च वृंदम खर्वो निखर्वः च शंख पद्म च सागरः अंत्यम मध्यम परार्ध च दश वृद्धा यथाक्रमम। ਇਸ ਸ਼ਲੋਕ ਵਿੱਚ ਸੰਖਿਆਵਾਂ ਦਾ ਆਰਡਰ ਦੱਸਿਆ ਗਿਆ ਹੈ, ਜਿਵੇਂ ਕਿ 1, 10, 100, 1000 ਅਤੇ ਆਯੂਤ, ਲੱਖ, ਨਿਊਤ ਅਤੇ ਕੋਟ ਭਾਵ ਕਰੋੜ। ਇਸੇ ਤਰ੍ਹਾਂ ਇਹ ਗਿਣਤੀ ਜਾਂਦੀ ਹੈ ਸੰਖ, ਪਦਮ ਅਤੇ ਸਾਗਰ ਤੱਕ। ਇੱਕ ਸਾਗਰ ਦਾ ਮਤਲਬ ਹੁੰਦਾ ਹੈ ਕਿ 10 ਦੀ ਪਾਵਰ 57। ਇਹੀ ਨਹੀਂ, ਇਸ ਦੇ ਅੱਗੇ ਵੀ ਓਗ ਅਤੇ ਮਹੋਗ ਵਰਗੀਆਂ ਸੰਖਿਆਵਾਂ ਹੁੰਦੀਆਂ ਹਨ। ਇੱਕ ਮਹੋਗ ਹੁੰਦਾ ਹੈ 10 ਦੀ ਪਾਵਰ 62 ਦੇ ਬਰਾਬਰ, ਭਾਵ ਇੱਕ ਦੇ ਅੱਗੇ 62 ਸਿਫਰਾਂ, 62 ਜ਼ੀਰੋ। ਅਸੀਂ ਇੰਨੀ ਵੱਡੀ ਸੰਖਿਆ ਦੀ ਕਲਪਨਾ ਵੀ ਦਿਮਾਗ ਵਿੱਚ ਕਰਦੇ ਹਾਂ ਤਾਂ ਮੁਸ਼ਕਿਲ ਹੁੰਦੀ ਹੈ, ਪਰ ਭਾਰਤੀ ਗਣਿਤ ਵਿੱਚ ਇਹਨਾਂ ਦਾ ਇਸਤੇਮਾਲ ਹਜ਼ਾਰਾਂ ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਹੁਣੇ ਕੁਝ ਦਿਨ ਪਹਿਲਾਂ ਮੇਰੇ ਨਾਲ ਇੰਟੈਲ ਕੰਪਨੀ ਦੇ CEO ਮਿਲੇ ਸਨ। ਉਹਨਾਂ ਨੇ ਮੈਨੂੰ ਇੱਕ ਪੇਂਟਿੰਗ ਦਿੱਤੀ ਸੀ। ਉਸ ਵਿੱਚ ਵੀ ਵਾਮਨ ਅਵਤਾਰ ਦੇ ਰਾਹੀਂ ਗਣਨਾ ਜਾਂ ਮਾਪ ਦੀ ਅਜਿਹੀ ਹੀ ਇੱਕ ਭਾਰਤੀ ਪੱਧਤੀ ਦਾ ਚਿੱਤਰਣ ਕੀਤਾ ਗਿਆ ਸੀ। ਇੰਟੈਲ ਦਾ ਨਾਂ ਆਇਆ ਤਾਂ ਕੰਪਿਊਟਰ ਤੁਹਾਡੇ ਦਿਮਾਗ ਵਿੱਚ ਆਪਣੇ ਆਪ ਹੀ ਆ ਗਿਆ ਹੋਵੇਗਾ। ਕੰਪਿਊਟਰ ਦੀ ਭਾਸ਼ਾ ਵਿੱਚ ਤੁਸੀਂ ਬਾਈਨਰੀ ਸਿਸਟਮ ਦੇ ਬਾਰੇ ਵਿੱਚ ਵੀ ਸੁਣਿਆ ਹੋਵੇਗਾ, ਪਰ ਕੀ ਤੁਹਾਨੂੰ ਪਤਾ ਹੈ ਕਿ ਸਾਡੇ ਦੇਸ਼ ਵਿੱਚ ਆਚਾਰੀਆ ਪਿੰਗਲਾ ਵਰਗੇ ਰਿਸ਼ੀ ਹੋਏ ਸਨ, ਜਿਨ੍ਹਾਂ ਨੇ ਬਾਈਨਰੀ ਦੀ ਕਲਪਨਾ ਕੀਤੀ ਸੀ। ਇਸੇ ਤਰ੍ਹਾਂ ਆਰੀਆ ਭੱਟ ਤੋਂ ਲੈ ਕੇ ਰਾਮਾਨੁਜਨ ਵਰਗੇ ਗਣਿਤ ਗਿਆਨੀਆਂ ਤੱਕ ਗਣਿਤ ਦੇ ਕਿੰਨੇ ਹੀ ਸਿਧਾਂਤਾਂ ਉੱਤੇ ਆਪਣੇ ਇੱਥੇ ਕੰਮ ਹੋਇਆ ਹੈ। ਸਾਥੀਓ, ਆਪਾਂ ਭਾਰਤੀਆਂ ਲਈ ਗਣਿਤ ਕਦੇ ਔਖਾ ਵਿਸ਼ਾ ਨਹੀਂ ਰਿਹਾ। ਇਸ ਦਾ ਇੱਕ ਵੱਡਾ ਕਾਰਨ ਸਾਡਾ ਵੈਦਿਕ ਗਣਿਤ ਵੀ ਹੈ। ਆਧੁਨਿਕ ਕਾਲ ਵਿੱਚ ਵੈਦਿਕ ਗਣਿਤ ਦਾ ਸਿਹਰਾ ਜਾਂਦਾ ਹੈ ਸ਼੍ਰੀ ਭਾਰਤੀ ਕ੍ਰਿਸ਼ਨ ਤੀਰਥ ਜੀ ਮਹਾਰਾਜ ਨੂੰ। ਉਹਨਾਂ ਨੇ ਕੈਲਕੂਲੇਸ਼ਨ ਦੇ ਪ੍ਰਾਚੀਨ ਤਰੀਕਿਆਂ ਨੂੰ ਰਿਵਾਈਵ ਕੀਤਾ ਅਤੇ ਉਸ ਨੂੰ ਵੈਦਿਕ ਗਣਿਤ ਦਾ ਨਾਂ ਦਿੱਤਾ। ਵੈਦਿਕ ਗਣਿਤ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਇਸ ਦੇ ਰਾਹੀਂ ਤੁਸੀਂ ਔਖੀ ਤੋਂ ਔਖੀ ਗਣਨਾ ਵੀ ਅੱਖ ਝਪਕਦੇ ਹੀ ਮਨ ਵਿੱਚ ਹੀ ਕਰ ਸਕਦੇ ਹੋ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਉੱਤੇ ਵੈਦਿਕ ਗਣਿਤ ਸਿੱਖਣ ਅਤੇ ਸਿਖਾਉਣ ਵਾਲੇ ਅਜਿਹੇ ਕਈ ਨੌਜਵਾਨਾਂ ਦੇ ਵੀਡੀਓਜ਼ ਵੀ ਤੁਸੀਂ ਵੇਖ ਸਕਦੇ ਹੋ। ਸਾਥੀਓ, ਅੱਜ ਮਨ ਕੀ ਬਾਤ ਵਿੱਚ ਵੈਦਿਕ ਗਣਿਤ ਸਿਖਾਉਣ ਵਾਲੇ ਇੱਕ ਅਜਿਹੇ ਹੀ ਸਾਥੀ ਆਪਣੇ ਨਾਲ ਜੁੜ ਰਹੇ ਹਨ। ਇਹ ਸਾਥੀ ਹਨ ਕੋਲਕਾਤਾ ਦੇ ਗੌਰਵ ਟੇਕਰੀਵਾਲ ਜੀ, ਅਤੇ ਉਹ ਪਿਛਲੇ 2-2.5 ਦਹਾਕਿਆਂ ਤੋਂ ਵੈਦਿਕ ਮੈਥਮੈਟਿਕਸ ਇਸ ਮੂਵਮੈਂਟ ਨੂੰ ਬਹੁਤ ਸਮਰਪਿਤ ਭਾਵ ਨਾਲ ਅੱਗੇ ਵਧਾ ਰਹੇ ਹਨ। ਆਓ ਉਹਨਾਂ ਨਾਲ ਹੀ ਕੁਝ ਗੱਲਾਂ ਕਰਦੇ ਹਾਂ। गौरव जी नमस्ते। नमस्ते सर। मैंने सुना है कि आप वैदिक मैथ्स के लिए काफी रुचि रखते हैं, बहुत कुछ करते हैं। तो पहले तो मैं आपके विषय में कुछ जानना चाहूंगा और बाद में इस विषय में आपकी रुचि कैसे है जरा मुझे बताइए। सर, मैं 20 साल पहले जब बिजनेस स्कूल के लिए अप्लाई कर रहा था तो उसकी कॉम्पिटिटिव एग्जाम होती थी, इसका नाम है कैट। उसमें बहुत सारे गणित के सवाल आते थे, इसको कम समय में करना पड़ता था। तो मेरी माँ ने मुझे एक बुक लाकर दिया, इसका नाम था वैदिक गणित। स्वामी श्री भारती कृष्ण तीर्थ जी महाराज ने वो बुक लिखी थी और उसमें उन्होंने 16 सूत्र दिए थे, जिसमें गणित बहुत ही सरल और बहुत ही तेज हो जाता था। जब मैंने वो पढ़ा तो मुझे बहुत प्रेरणा मिली और फिर मेरी रुचि जागृत हुई मैथमेटिक्स में। मुझे समझ में आया कि ये सब्जेक्ट जो भारत की देन है, जो हमारी धरोहर है, उसको विश्व के कोने कोने में पहुंचाया जा सकता है। तब से मैंने इसको एक मिशन बनाया कि वैदिक गणित को विश्व के कोने कोने में पहुंचाया जाए, क्योंकि गणित की डर सर हर जन को सताती है और वैदिक गणित से सरल और क्या हो सकता है। गौरव जी, कितने सालों से आप इसमें काम कर रहे हैं? मुझे आज हो गए करीबन 20 साल सर, मैं उसमें ही लगा हुआ हूँ। और अवेयरनेस के लिए क्या करते हैं, क्या क्या प्रयोग करते हैं, कैसे जाते हैं लोगों के पास? हम लोग स्कूल्स में जाते हैं, हम लोग ऑनलाइन शिक्षा देते हैं। हमारी संस्था का नाम है वैदिक मैथ्स फोरम इंडिया। उस संस्था के तहत हम लोग इंटरनेट के माध्यम से
24 घंटे वैदिक मैथ्स पढ़ाते हैं सर। गौरव जी, आप तो जानते हैं मैं लगातार बच्चों के साथ बातचीत करना पसंद भी करता हूं और मैं अवसर ढूंढता रहता हूं। और एग्जाम वॉरियर से तो मैं बिल्कुल एक प्रकार से मैंने उसको इंस्टीट्यूशनलाइज कर दिया है। और मेरा भी अनुभव है कि ज़्यादातर जब बच्चों से बात करता हूं तो गणित का नाम सुनते ही वो भाग जाते हैं। और तो मेरी कोशिश यही है कि ये बिना कारण जो एक हाव पैदा हुआ है उसको निकाला जाए, ये डर निकाला जाए। और छोटी छोटी टेक्निक जो परंपरा से है, क्योंकि भारत गणित के विषय में कोई नया नहीं है, शायद दुनिया में पुरातन परंपराओं में भारत के पास गणित की परंपरा रही है। तो एग्जाम वॉरियर को डर निकालना है तो आप क्या कहेंगे उनको? सर ये तो सबसे ज्यादा उपयोगी है बच्चों के लिए, क्योंकि एग्जाम का जो डर होता है, जो हवा हो गया है हर घर में, एग्जाम के लिए बच्चे ट्यूशन लेते हैं, पेरेंट्स परेशान रहते हैं, टीचर्स भी बहुत परेशान होते हैं। तो वैदिक गणित से ये सब छू मंतर हो जाता है। इस साधारण गणित की अपेक्षा में वैदिक गणित 1500% तेज है और इससे बच्चों में बहुत कॉन्फिडेंस आता है और दिमाग भी तेजी से चलता है। जैसे हम लोग वैदिक गणित के साथ योग भी इंट्रोड्यूस किए हैं, जिससे कि बच्चे अगर चाहे तो आंख बंद कर भी कैलकुलेशन कर सकते हैं वैदिक गणित पद्धति के द्वारा। वैसे ध्यान की जो परंपराएं हैं उसमें भी इस प्रकार से गणित करना, वो भी ध्यान का एक प्राइमरी कोर्स भी होता है। राइट सर। चलिए गौरव जी, बहुत अच्छा लगा मुझे, और आपने मिशन मोड में इस काम को उठाया है और विशेष करके आपकी माताजी ने एक अच्छे गुरु के रूप में आपको ये रास्ते पर ले गई और आज आप लाखों बच्चों को उस रास्ते पर ले जा रहे हैं। मेरी तरफ से आपको बहुत बहुत शुभकामनाएं। शुक्रिया सर, मैं आपका आभार व्यक्त करता हूँ सर कि वैदिक गणित को आपने महत्व दिया और मुझे चुना सर, तो वी आर वेरी थैंकफुल। बहुत बहुत धन्यवाद। नमस्कार। नमस्ते सर। ਸਾਥੀਓ, ਗੌਰਵ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਵੈਦਿਕ ਗਣਿਤ ਕਿਵੇਂ ਗਣਿਤ ਨੂੰ ਔਖੇ ਤੋਂ ਮਜ਼ੇਦਾਰ ਬਣਾ ਸਕਦਾ ਹੈ। ਇਹੀ ਨਹੀਂ, ਵੈਦਿਕ ਗਣਿਤ ਨਾਲ ਤੁਸੀਂ ਵੱਡੀਆਂ ਵੱਡੀਆਂ ਸਾਇੰਟੀਫਿਕ ਪ੍ਰੋਬਲਮਸ ਵੀ ਸੋਲਵ ਕਰ ਸਕਦੇ ਹੋ। ਮੈਂ ਚਾਹਾਂਗਾ ਸਾਰੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਵੈਦਿਕ ਗਣਿਤ ਜ਼ਰੂਰ ਸਿਖਾਉਣ। ਇਸ ਨਾਲ ਉਹਨਾਂ ਦਾ ਕੌਨਫੀਡੈਂਸ ਤਾਂ ਵਧੇਗਾ ਹੀ, ਉਹਨਾਂ ਦੇ ਬ੍ਰੇਨ ਦੀ ਐਨਾਲਿਟੀਕਲ ਪਾਵਰ ਵੀ ਵਧੇਗੀ। ਅਤੇ ਹਾਂ, ਗਣਿਤ ਨੂੰ ਲੈ ਕੇ ਕੁਝ ਬੱਚਿਆਂ ਵਿੱਚ ਜੋ ਵੀ ਥੋੜ੍ਹਾ ਬਹੁਤ ਡਰ ਹੁੰਦਾ ਹੈ, ਉਹ ਡਰ ਵੀ ਪੂਰੀ ਤਰ੍ਹਾਂ ਖਤਮ ਹੋ ਜਾਏਗਾ। ਮੇਰੇ ਪਿਆਰੇ ਦੇਸ਼ਵਾਸੀਓ, ਮਨ ਕੀ ਬਾਤ ਵਿੱਚ ਅੱਜ ਮਿਊਜ਼ੀਅਮ ਤੋਂ ਲੈ ਕੇ ਮੈਥ ਤੱਕ ਕਈ ਗਿਆਨ ਵਧਾਉਣ ਵਾਲੇ ਵਿਸ਼ਿਆਂ ਉੱਤੇ ਚਰਚਾ ਹੋਈ। ਇਹ ਸਭ ਵਿਸ਼ੇ ਤੁਹਾਡੇ ਲੋਕਾਂ ਦੇ ਸੁਝਾਵਾਂ ਤੋਂ ਹੀ ਮਨ ਕੀ ਬਾਤ ਦਾ ਹਿੱਸਾ ਬਣ ਜਾਂਦੇ ਹਨ। ਮੈਨੂੰ ਤੁਸੀਂ ਇਸੇ ਤਰ੍ਹਾਂ ਅੱਗੇ ਵੀ ਆਪਣੇ ਸੁਝਾਅ ਨਮੋ ਐਪ ਅਤੇ ਮਾਈਗਵ ਦੇ ਰਾਹੀਂ ਭੇਜਦੇ ਰਹੋ। ਆਉਣ ਵਾਲੇ ਦਿਨਾਂ ਵਿੱਚ ਦੇਸ਼ ਵਿੱਚ ਈਦ ਦਾ ਤਿਉਹਾਰ ਵੀ ਆਉਣ ਵਾਲਾ ਹੈ। 3 ਮਈ ਨੂੰ ਅਕਸ਼ਯ ਤ੍ਰਿਤੀਆ ਅਤੇ ਭਗਵਾਨ ਪਰਸ਼ੁਰਾਮ ਦੀ ਜਯੰਤੀ ਵੀ ਮਨਾਈ ਜਾਏਗੀ। ਕੁਝ ਦਿਨ ਬਾਅਦ ਹੀ ਵੈਸ਼ਾਖ ਬੁੱਧ ਪੂਰਨਿਮਾ ਦਾ ਤਿਉਹਾਰ ਵੀ ਆਏਗਾ। ਇਹ ਸਾਰੇ ਤਿਉਹਾਰ ਸੰਜਮ, ਪਵਿੱਤਰਤਾ, ਦਾਨ ਅਤੇ ਸੁਹਿਰਦਤਾ ਦੇ ਤਿਉਹਾਰ ਹਨ। ਆਪ ਸਭ ਨੂੰ ਇਹਨਾਂ ਤਿਉਹਾਰਾਂ ਦੀਆਂ ਅਗਾਊਂ ਸ਼ੁਭਕਾਮਨਾਵਾਂ। ਇਹਨਾਂ ਤਿਉਹਾਰਾਂ ਨੂੰ ਖੂਬ ਖੁਸ਼ੀ ਅਤੇ ਸੁਹਿਰਦਤਾ ਦੇ ਨਾਲ ਮਨਾਓ। ਇਸ ਸਭ ਦੇ ਦਰਮਿਆਨ ਤੁਸੀਂ ਕੋਰੋਨਾ ਤੋਂ ਵੀ ਚੌਕਸ ਰਹਿਣਾ ਹੈ। ਮਾਸਕ ਲਗਾਉਣਾ, ਨੇਮਬੱਧ ਵਕਫੇ 'ਤੇ ਹੱਥ ਧੋਂਦੇ ਰਹਿਣਾ, ਬਚਾਓ ਲਈ ਜੋ ਵੀ ਜ਼ਰੂਰੀ ਉਪਾਅ ਹਨ ਤੁਸੀਂ ਉਹਨਾਂ ਦਾ ਪਾਲਣ ਕਰਦੇ ਰਹੋ। ਅਗਲੀ ਵਾਰ ਮਨ ਕੀ ਬਾਤ ਵਿੱਚ ਆਪਾਂ ਫੇਰ ਮਿਲਾਂਗੇ ਅਤੇ ਤੁਹਾਡੇ ਭੇਜੇ ਗਏ ਕੁਝ ਹੋਰ ਨਵੇਂ ਵਿਸ਼ਿਆਂ ਉੱਤੇ ਚਰਚਾ ਕਰਾਂਗੇ। ਤਦ ਤੱਕ ਦੇ ਲਈ ਵਿਦਾ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ। ਨਮਸਕਾਰ।